आगे पढ़ते हैं जी। अगला प्रश्न, द पेंटिंग्स ऑफ बोधिसत्वा पद्मपानी। बोधिसत्व ਅਸੀਂ पढ़े सी, ਉਹਨਾਂ ਵਿੱਚੋਂ ਇੱਕ ਬੰਦਾ ਹੈ ਜੀ, ਇੱਕ बोधिसत्व है पद्मपानी, is one of the most famous and illustrated painting set। ਵੀ ਇਹ ਪੇਂਟਿੰਗ ਕਾਫੀ ਪ੍ਰਮੁੱਖ ਆ। ਕਿਹੜੀ ਗੁਫਾਵਾਂ ਵਿੱਚ ਇਹ ਪੇਂਟਿੰਗ ਕਾਫੀ ਪ੍ਰਮੁੱਖਤਾ ਨਾਲ ਪਾਈ ਗਈ ਹੈ। ਇਹ ਦੇਖੋ ਜੀ ਫੈਕਚੁਅਲ ਕੁਐਸਚਨ ਤਾਂ ਹੈ ਪਰ ਜਦੋਂ ਤੁਸੀਂ NCERT ਪੜ੍ਹੋਗੇ ਨਾ ਤਾਂ ਉਸ ਕਿਤਾਬ ਦੇ ਵਿੱਚ ਇਹ ਪੇਂਟਿੰਗ ਇੱਕ ਦੋ ਵਾਰ ਆਉਂਦੀ ਆ ਤੇ ਉਸ ਵੇਲੇ ਤੁਸੀਂ ਜੇ ਧਿਆਨ ਨਾਲ ਪੜ੍ਹਿਆ ਹੋਊਗਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਬੋਧੀਸਤਵ ਪਦਮਪਾਨੀ ਭਾਵ ਉਹਦੇ ਹੱਥ ਵਿੱਚ ਪਦਮ ਫੜਿਆ ਹੋਇਆ ਆ, ਕਮਲ ਦਾ ਫੁੱਲ, ਚਿੱਟੇ ਰੰਗ ਦਾ ਕਮਲ ਦਾ ਫੁੱਲ ਫੜਿਆ ਹੋਇਆ ਆ। NCERT ਕਲਾਸ 6ਵੀਂ ਵਿੱਚ ਇਹ ਫੋਟੋ ਆਉਂਦੀ ਬਾਰ-ਬਾਰ। ਇਹ ਹੈ ਜੀ ਅਜੰਤਾ ਦੀਆਂ ਗੁਫਾਵਾਂ ਵਿੱਚ, ਕਾਫੀ ਫੇਮਸ ਆ ਜੀ, ਇਹ ਜ਼ਿਆਦਾ ਪਾਈ ਗਈ ਹੈ। ਅੱਗੇ ਦੇਖੋ, ਵਿਚ ਆਫ ਦਾ ਫੋਲੋਇੰਗ ਇਜ਼ ਆਰ ਫੇਮਸ ਫॉर ਸਨ ਟੈਂਪਲਸ। ਇਹਨਾਂ ਵਿੱਚੋਂ ਕਿੱਥੇ ਕਿੱਥੇ ਸਨ ਟੈਂਪਲ ਹੈਗੇ ਆ। ਸਿਲੈਕਟ ਦਾ ਕਰੈਕਟ ਆਂਸਰ, ਕਰੈਕਟ ਲੱਭਣਾ ਆਪਾਂ। ਅਰਾਸਾਵਲੀ ਪਤਾ ਨਹੀਂ, ਅਮਰਕੰਟਕ ਪਤਾ ਨਹੀਂ, ਓਮਕਾਰੇਸ਼ਵਰ ਪਤਾ ਨਹੀਂ। ਦੇਖੋ ਸਾਨੂੰ ਪਤਾ ਨਹੀਂ, ਪਰ ਨਾ ਰੀਸੈਂਟ ਐਕਸਕਾਵੇਸ਼ਨ ਜਿਹੜੀਆਂ ਹੋਈਆਂ ਸੀ ਕੁਝ ਸਾਲ ਪਹਿਲਾਂ, ਉਹਦੇ ਵਿੱਚ ਅਰਾਸਾਵਲੀ ਵਿਖੇ ਸਨ ਟੈਂਪਲ ਕਹਿੰਦੇ ਹੈਗਾ ਸੀਗਾ ਤੇ ਆਂਸਰ ਹੋ ਜਾਂਦਾ ਪਹਿਲਾ, ਓਨਲੀ ਵਨ। ਬਾਕੀ ਸਾਨੂੰ ਡਿਟੇਲ ਨਹੀਂ ਪਤਾ, ਤੁਸੀਂ ਐਗਜ਼ਾਮ ਵਿੱਚ ਨਾ ਇੱਕ ਪ੍ਰਸ਼ਨ ਛੱਡ ਦੇਣਾ ਆ। ਜੇ ਜ਼ਿਆਦਾ ਨੌਲੇਜ ਹੈਗੀ ਆ ਤਾਂ ਹੀ ਅਟੈਂਪਟ ਕਰਨਾ, ਅਦਰਵਾਈਜ਼ ਇਹਨੂੰ ਸਕਿਪ ਕਰ ਦੇਣਾ, ਠੀਕ ਹੈ। ਦੇਖੋ ਇਹ ਤਾਂ ਥੋੜਾ ਟਫ ਕੁਐਸਚਨ ਹੁੰਦੇ ਆ। ਸਨ ਟੈਂਪਲ ਇੱਕ ਦੋ ਪਤਾ, ਈਵਨ ਤੱਕ ਕਿ ਜਿਹੜੀ ਹਿਸਟਰੀ ਦੇ ਐਕਸਪਰਟ ਆ ਉਹਨੂੰ ਵੀ ਸ਼ਾਇਦ ਇਹ ਆਂਸਰ ਨਾ ਆਵੇ, ਤਾਂ ਤੁਸੀਂ ਸਾਰੇ ਦੇ ਸਾਰੇ ਕੁਐਸਚਨ ਨਹੀਂ ਕਰਨ ਲੱਗ ਪੈਣਾ, ਛੱਡ ਦੇਣਾ ਜੀ ਇਹਨੂੰ। ਅੱਗੇ ਦੇਖਦੇ ਹਾਂ ਜੀ। with reference to the difference between the culture of Rigvedic Aryans and the Indus Valley people। ਸਿੰਧੂ ਘਾਟੀ ਦੇ ਲੋਕ ਤੇ ਉਸ ਤੋਂ ਬਾਅਦ ਆਏ ਸੀ ਜੀ ਆਰੀਅਨ, ਰਿਗਵੈਦਿਕ ਆਰੀਅਨ ਪੀਪਲ। ਇਹਨਾਂ ਦੇ ਕਲਚਰ ਵਿੱਚ ਕੁਝ ਡਿਫਰੈਂਸ ਆ, ਉਸ ਸੰਦਰਭ ਵਿੱਚ ਕੁਝ ਸਟੇਟਮੈਂਟਾਂ ਸਾਨੂੰ ਦਿੱਤੀਆਂ ਗਈਆਂ ਆ, ਜਾਂ ਸਿੰਪਲ ਕਹਿ ਦਈਏ ਕਿ ਦੋਵਾਂ ਦੇ ਸਮੇਂ ਵਿੱਚ ਕੁਝ ਗੱਲਾਂ ਆ, ਆਪਾਂ ਦੇਖਣੀਆਂ ਕਿਹੜੀਆਂ ਗੱਲਾਂ ਸਹੀ ਆ ਜਾਂ ਕਿਹੜੀਆਂ ਗੱਲਾਂ ਗਲਤ ਆ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਆਰ ਕਰੈਕਟ। ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟਾਂ ਕਰੈਕਟ ਆ ਜੀ। Rigvedic Aryans used the coat of mail and helmet in warfare। ਜਦੋਂ ਲੜਾਈ ਝਗੜਾ ਹੁੰਦਾ ਸੀ, ਯੁੱਧ ਹੁੰਦਾ ਸੀ, ਤਾਂ ਜਿਹੜੇ ਰਿਗਵੈਦਿਕ ਆਰੀਅਨ ਲੋਕ ਨਾ ਉਹਨਾਂ ਕੋਲ ਵਧੀਆ ਕੋਟ ਹੁੰਦਾ ਸੀ ਸਰੀਰ ਨੂੰ ਢੱਕਣ ਲਈ, ਤੇ ਹੈਲਮਟ ਵਗੈਰਾ ਦਾ ਪ੍ਰਯੋਗ ਵੀ ਇਹ ਕਰਦੇ ਸੀ। ਜਦ ਕਿ the people of Indus Valley civilization, ਸਿੰਧੂ ਘਾਟੀ ਦੇ ਲੋਕ did not leave any evidence of using them। ਤਾਂ ਸਾਨੂੰ ਕੋਈ ਇਸ ਤਰ੍ਹਾਂ ਦਾ ਪ੍ਰਮਾਣ ਨਹੀਂ ਮਿਲਦਾ ਕਿ ਸਿੰਧੂ ਘਾਟੀ ਦੇ ਲੋਕ ਵੀ ਯੁੱਧ ਦੌਰਾਨ ਇਸ ਤਰ੍ਹਾਂ ਦਾ ਹੈਲਮਟ ਵਗੈਰਾ ਦਾ ਪ੍ਰਯੋਗ ਕਰਦੇ ਸੀ। ਇਹ ਗੱਲ ਅਸੀਂ ਪੜ੍ਹੀ ਕਿ ਸਿੰਧੂ ਘਾਟੀ ਦੇ ਲੋਕ ਸ਼ਾਂਤੀ ਪ੍ਰਿਯ ਸੀ, ਕੋਈ ਇਹਨਾਂ ਨੂੰ ਬਹੁਤਾ ਜੰਗ ਯੁੱਧਾਂ ਦੀ ਲੋੜ ਨਹੀਂ ਸੀ ਪੈਂਦੀ, ਫਿਰ ਵੀ ਇਹਨਾਂ ਕੋਲ ਹਥਿਆਰ ਹੁੰਦੇ ਸੀਗੇ ਤੇ ਯੁੱਧ ਵੀ ਕਰਦੇ ਸੀ, ਪਰ ਆਰੀਅਨ ਦੀ ਬਰਾਬਰਤਾ ਨਹੀਂ ਇਹ ਕਰ ਪਾਏ। ਆਰੀਅਨ ਥੋੜੇ ਨਾ ਉਹ ਸੀਗੇ, ਲੜਾਕੂ ਸੀਗੇ, ਇਹਨਾਂ ਕੋਲ ਚੰਗੇ ਹਥਿਆਰ, ਚੰਗੇ ਘੋੜੇ ਵਗੈਰਾ ਤੇ ਆਪਣੀ ਪ੍ਰੋਟੈਕਸ਼ਨ ਲਈ ਤਨ ਦੇ ਉੱਤੇ ਉਹ ਹੈਗਾ ਕੋਟ ਤੇ ਸਿਰ ਦੇ ਉੱਤੇ ਹੈਲਮਟ, ਇਹ ਗੱਲਾਂ ਸੀਗੀਆਂ ਇਹਨਾਂ ਕੋਲ। ਰਿਗਵੈਦਿਕ ਆਰੀਅਨ ਦੇ ਕੋਲ ਆਹ ਗੱਲਾਂ ਸੀਗੀਆਂ, ਇਸ ਕਰਕੇ ਇਹ ਪਹਿਲੀ ਸਟੇਟਮੈਂਟ ਹੋ ਗਈ ਸਹੀ, ਠੀਕ ਹੈ ਜੀ। ਕਰੈਕਟ ਆਂਸਰ ਲੱਭਣਾ ਹੈ ਆਪਾਂ, ਪਹਿਲੀ ਤੇ ਪਹਿਲੀ, ਆਹ B ਵਾਲੀ ਚੱਕ ਦਿਓ ਜੀ। ਹੁਣ ਅਗਲੀ ਪੜ੍ਹਦੇ ਹਾਂ ਜੀ। ਰਿਗਵੈਦਿਕ ਆਰੀਅਨਸ ਨਿਊ ਗੋਲਡ, ਸਿਲਵਰ ਐਂਡ ਕਾਪਰ। ਰਿਗਵੈਦਿਕ ਆਰੀਅਨ ਲੋਕਾਂ ਨੂੰ ਸੋਨੇ, ਚਾਂਦੀ ਤੇ ਤਾਂਬੇ ਦੀ ਸੀਗੀ ਜਾਣਕਾਰੀ, ਠੀਕ ਹੈ ਜੀ, ਹੋਵੇਗੀ। ਜਦ ਕਿ ਇੰਡਸ ਵੈਲੀ ਪੀਪਲ ਨਿਊ ਓਨਲੀ ਕਾਪਰ ਐਂਡ ਆਇਰਨ। ਸਿੰਧੂ ਘਾਟੀ ਦੇ ਲੋਕਾਂ ਨੂੰ ਸਿਰਫ ਕਾਪਰ ਮਤਲਬ ਤਾਂਬਾ ਤੇ ਆਇਰਨ ਦੀ ਜਾਣਕਾਰੀ ਸੀ। ਆਹ ਦੇਖੋ ਆਪਾਂ ਪੜ੍ਹਿਆ ਕਿ ਇਹਨਾਂ ਨੂੰ ਆਇਰਨ ਦੀ ਜਾਣਕਾਰੀ ਨਹੀਂ ਸੀ। ਆਇਰਨ ਏਜ ਬਾਅਦ ਵਿੱਚ ਆਈ ਹੈ ਜੀ। ਇਹ ਕਾਪਰ ਏਜ ਦੀ ਗੱਲ ਹੋਈ ਆ ਜਦੋਂ ਸਿੰਧੂ ਘਾਟੀ ਦੇ ਲੋਕ ਹੋਏ ਆ, ਉਸ ਸਮੇਂ ਨੂੰ ਚਾਲਕੋਲਿਥਿਕ ਪੀਰੀਅਡ ਕਹਿੰਦੇ ਆ ਜੀ, ਤੇ ਕਾਪਰ ਯੁੱਗ। ਤੇ ਇਹਨਾਂ ਨੂੰ ਗੋਲਡ ਦੀ ਜਾਣਕਾਰੀ ਵੀ ਸੀਗੀ, ਇਹਨਾਂ ਨੂੰ ਸਿਲਵਰ ਦੀ ਵੀ ਸੀਗੀ, ਕਾਪਰ ਦੀ ਵੀ ਸੀਗੀ, ਤੇ ਇਹ ਸਟੇਟਮੈਂਟ ਹੋ ਗਈ ਫਿਰ ਗਲਤ। ਦੂਜਾ ਚੱਕੋ ਜੀ। ਹੁਣ ਦੂਜਾ ਚੱਕਿਆ, ਆਹ ਸਟੇਟਮੈਂਟ ਗਲਤ ਹੋ ਗਈ।
ਹੁਣ ਗੱਲ ਫਸਦੀ ਹੈ ਜੀ ਪਹਿਲੇ ਤੇ ਤੀਸਰੇ ਵਿੱਚ 1 A and C। ਰਿਗਵੈਦਿਕ ਆਰੀਅਨਸ ਹੈਡ ਡੋਮੈਸਟੀਕੇਟਡ ਦਾ ਹਾਰਸ। ਆਰੀਅਨ ਲੋਕ ਘੋੜੇ ਨੂੰ ਪਾਲਦੇ ਸੀ, ਇਹ ਤਾਂ ਗੱਲ ਸਹੀ ਆ। ਜਦ ਕਿ there is no evidence of Indus Valley people having been aware of this animal। ਕੋਈ ਐਵੀਡੈਂਸ ਸਾਨੂੰ ਨਹੀਂ ਮਿਲਦਾ ਜਿੱਥੋਂ ਇਹ ਪਾਇਆ ਗਿਆ ਹੋਵੇ ਕਿ ਸਿੰਧੂ ਘਾਟੀ ਦੇ ਲੋਕ ਘੋੜੇ ਦਾ ਪ੍ਰਯੋਗ ਕਰਦੇ ਸੀ। ਇਹ ਹੁਣ ਮਸਲਾ ਟਫ ਹੋ ਗਿਆ ਜੀ। ਨੋ ਐਵੀਡੈਂਸ, ਦੇਖੋ ਇਹ ਗੱਲ ਤਾਂ ਹੈ ਕਿ ਇਹਨਾਂ ਕੋਲ ਘੋੜੇ ਨਹੀਂ ਸੀ, ਇਹਨਾਂ ਨੂੰ ਘੋੜਿਆਂ ਦੀ ਜਾਣਕਾਰੀ ਨਹੀਂ ਸੀ, ਇਸ ਕਰਕੇ ਇਹ ਸਟੇਟਮੈਂਟ ਗੱਲ ਸਹੀ ਹੋ ਜਾਂਦੀ ਆ। ਪਰ ਕਿਤੇ ਕਿਤੇ ਕੁਛ ਅੱਜ ਕੱਲ੍ਹ ਰਿਸਰਚਰ ਕਹਿ ਰਹੇ ਆ ਕਿ ਉਸ ਵੇਲੇ ਵੀ ਘੋੜਾ ਸੀਗਾ, ਪਰ ਕੋਈ ਪੁਖਤਾ ਸਬੂਤ ਨਹੀਂ ਹਾਲੇ ਤੱਕ ਮਿਲਿਆ। ਇਸ ਕਰਕੇ ਅਸੀਂ ਹੁਣ ਤੱਕ ਇਹੀ ਮੰਨ ਕੇ ਚੱਲਦੇ ਹਾਂ ਕਿ ਸਿੰਧੂ ਘਾਟੀ ਦੇ ਲੋਕਾਂ ਨੂੰ ਘੋੜੇ ਦੀ ਜਾਣਕਾਰੀ ਨਹੀਂ ਸੀ। ਬਾਕੀ ਤੁਸੀਂ ਧਿਆਨ ਰੱਖਣਾ ਜੀ, ਰੀਸੈਂਟ ਸਟੱਡੀ ਕੀ ਕਹਿੰਦੀ ਆ ਉਸ ਹਿਸਾਬ ਨਾਲ ਤੁਸੀਂ ਨੌਲੇਜ ਗੇਨ ਕਰਨੀ ਆ। ਪਰ ਹਾਲੇ ਤੱਕ ਇਹ ਆ ਕਿ ਸਿੰਧੂ ਘਾਟੀ ਦੇ ਲੋਕਾਂ ਨੂੰ ਘੋੜੇ ਦੀ ਜਾਣਕਾਰੀ ਨਹੀਂ ਸੀ, ਇਸ ਲਈ ਇਹ ਪਹਿਲਾ ਤੇ ਤੀਸਰਾ ਆਂਸਰ ਸਹੀ ਹੋ ਗਿਆ। 1 and 3 ਇਹ ਹੈ ਜੀ ਸਹੀ, C ਆਂਸਰ। Which one of the following was a very important seaport in the Kakatiya kingdom? Kakatiya kingdom ਸੀ ਜੀ ਆਂਧਰਾ ਪ੍ਰਦੇਸ਼ ਸਾਈਡ ਕਿੰਗਡਮ ਸੀ ਇਹ। 12ਵੀਂ 13ਵੀਂ ਸ਼ਤਾਬਦੀ ਦੀਆਂ ਗੱਲਾਂ ਆ ਇਹ। ਹੁਣ ਕਹਿੰਦਾ ਕਿ ਇਹਨਾਂ ਵਿੱਚ ਕਿਹੜਾ ਇੰਪੋਰਟੈਂਟ ਸੀ ਪੋਰਟ ਸੀ। ਟਫ ਪ੍ਰਸ਼ਨ ਆ, ਤੁਸੀਂ ਇਹਨੂੰ ਛੱਡ ਦੇਣਾ। ਜੇ ਯਾਦ ਆ ਤਾਂ ਲਿਖ ਦਿਓ, ਨਹੀਂ ਯਾਦ ਤਾਂ ਛੱਡ ਦੇਣਾ। ਆਂਸਰ ਹੈ ਜੀ ਮੋਟੂਪੱਲੀ। ਮੋਟੂਪੱਲੀ ਹੁਣ ਕਿਉਂਕਿ ਪੁਰਾਣੇ ਸਮੇਂ 'ਚ ਪੁਰਾਣੇ ਪੇਪਰਾਂ ਵਿੱਚ ਇਹ ਪ੍ਰਸ਼ਨ ਆ ਗਿਆ ਆ, ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਫਿਰ ਰਿਪੀਟ ਹੋ ਜਾਏ, ਤਾਂ ਤੁਸੀਂ ਇਹਨੂੰ ਸਾਈਡ 'ਚ ਲਿਖ ਦੇਣਾ। ਕਕਾਟੀਆ ਸਾਮਰਾਜ ਵਿੱਚ ਫੇਮਸ ਸੀਪੋਰਟ ਬੰਦਰਗਾਹ ਕਿਹੜੀ ਸੀ? ਮੋਟੂਪੱਲੀ ਦੀ। ਵਿਦ ਰੈਫਰੈਂਸ ਟੂ ਦਾ ਰਿਲੀਜੀਅਸ ਪ੍ਰੈਕਟਿਸਿਸ ਇਨ ਇੰਡੀਆ, ਧਾਰਮਿਕਤਾ ਦੇ ਖੇਤਰ ਵਿੱਚ ਦਾ ਸਥਾਨਕ ਵਾਸੀ ਸੈਕਟ, ਸਥਾਨਕ ਵਾਸੀ ਜਿਹੜਾ ਸੈਕਟ ਆ ਉਹ ਕਿਹੜੇ ਧਰਮ ਨੂੰ ਬਿਲੋਂਗ ਕਰਦਾ? ਭਾਵ ਇਹ ਸਥਾਨਕ ਵਾਸੀ ਆ ਵੀ ਇਹ ਇਸ ਏਰੀਏ ਦੇ ਹੀ ਵਾਸੀ ਆ, ਇਸ ਸਥਾਨ ਦੇ ਹੀ ਵਾਸੀ ਆ। ਇਹ ਸੈਕਟ ਹੈ ਜੀ ਜੈਨਿਜ਼ਮ ਦਾ ਇੱਕ ਸੈਕਟ ਆ, ਮਤਲਬ ਜੈਨ ਧਰਮ ਦਾ ਇੱਕ ਸੈਕਟ ਆ ਸਥਾਨਕ ਵਾਸੀ ਦੂਜੇ ਸਵੇਤੰਬਰਾਂ ਜੈਨੀਆਂ ਨਾਲੋਂ ਬਹੁਤੇ ਵੱਖਰੇ ਨਹੀਂ ਹਨ। ਸਵੇਤੰਬਰ ਅਸੀਂ ਪੜ੍ਹਿਆ, ਸਵੇਤ ਅੰਬਰ ਚਿੱਟਾ ਅੰਬਰ, ਠੀਕ ਹੈ ਨਾ। ਚਿੱਟੇ ਰੰਗ ਦੇ ਕੱਪੜੇ ਪਾਉਂਦੇ ਸੀ ਇਹ ਨਾਰਥ ਇੰਡੀਆ ਵਾਲੇ, ਜਿਹੜੇ ਸਤੁਲਬਾਹੂ ਦੇ ਨੇਤਰਤਵ ਵਿੱਚ ਨਾਰਥ ਇੰਡੀਆ 'ਚ ਰਹਿ ਕੇ ਸੀ, ਉਹਨਾਂ ਨੂੰ ਕਹਿੰਦੇ ਸੀ ਸਵੇਤਾਂਬਰ। ਤੇ ਇਹਨਾਂ ਵਿੱਚੋਂ ਹੀ ਇੱਕ ਆ ਜੀ ਸਥਾਨਕ ਵਾਸੀ। ਕਿਉਂਕਿ ਇਹ ਸਵੇਤਾਂਬਰ ਜੈਨੀਆਂ ਨਾਲੋਂ ਬਹੁਤ ਵੱਖਰੇ ਨਹੀਂ ਸਨ, ਇਸ ਲਈ ਅੱਜ ਕੱਲ੍ਹ ਉਹ ਆਪਣੇ ਆਪ ਨੂੰ ਸਵੇਤੰਬਰ ਸਥਾਨਕ ਵਾਸੀ ਵੀ ਕਹਿੰਦੇ ਹਨ। ਸਵੇਤੰਬਰ ਸਥਾਨਕ ਵਾਸੀ ਇਹ ਕਿੰਨਾ ਦੀ ਹੋ ਗਿਆ ਸੈਕਟ? ਇਹ ਹੋ ਗਿਆ ਜੀ ਤੁਹਾਡਾ ਜੈਨੀਆਂ ਦਾ ਸੈਕਟ, ਠੀਕ ਹੈ। ਵਿਦ ਰੈਫਰੈਂਸ ਟੂ ਦਾ ਇੰਡੀਅਨ ਹਿਸਟਰੀ ਦੀ ਗੱਲ ਕਰੀਏ ਜੇ, ਹੂ ਅਮੰਗ ਦਾ ਫੋਲੋਇੰਗ ਇਜ਼ ਏ ਫਿਊਚਰ ਬੁੱਧਾ ਜੈਟ ਟੂ ਕਮ ਟੂ ਸੇਵ ਦਾ ਵਰਲਡ? ਇਹਨਾਂ ਵਿੱਚੋਂ ਕਿਹੜਾ ਫਿਊਚਰ ਬੁੱਧਾ? ਕਹਿੰਦੇ ਆ ਕਿ ਆਹ ਬੰਦਾ ਆਉਣ ਵਾਲੇ ਸਮੇਂ ਦਾ ਬੁੱਧਾ ਆ। ਫਿਊਚਰ ਬੁੱਧਾ, ਭਵਿੱਖ ਦਾ ਬੁੱਧ, ਜਿਹੜਾ ਭਵਿੱਖ ਵਿੱਚ ਆਏਗਾ, ਕੀ ਕਰੇਗਾ? ਇਸ ਧਰਤੀ ਨੂੰ ਬਚਾ ਲਏਗਾ। ਅਸੀਂ ਪੜ੍ਹੇ ਸੀ ਜੀ ਬੋਧੀਸਤਵ, ਪਹਿਲਾਂ ਪੜ੍ਹ ਚੁੱਕੇ ਹਾਂ। ਅਵਲੋਕਿਤੇਸ਼ਵਰਾ ਪੜ੍ਹਿਆ ਸੀ ਅਸੀਂ, ਉਹਨੂੰ ਲੋਕੇਸ਼ਵਰ ਵੀ ਕਹਿੰਦੇ ਆ, ਇਹ ਗੱਲ ਪੜ੍ਹੀ ਸੀ। ਪਦਮ ਪਾਣੀ, ਜਿਹਦੇ ਹੱਥ ਵਿੱਚ ਪਦਮ ਫੜਿਆ ਹੋਇਆ ਆ। ਇੱਕ ਸੀ ਜੀ ਮੈਤਰੀ ਅਜਿਹਾ ਬੋਧੀਸਤਵ ਆ ਜਿਹਨੂੰ ਫਿਊਚਰ ਬੁੱਧਾ ਵੀ ਕਹਿੰਦੇ ਆ, ਕਿ ਆਉਣ ਵਾਲੇ ਸਮੇਂ ਵਿੱਚ ਇਹ ਧਰਤੀ ਨੂੰ, ਸੰਸਾਰ ਨੂੰ ਬਚਾਏਗਾ। ਆਂਸਰ ਕੀ ਹੋ ਗਿਆ ਜੀ? ਸੀ। ਇਹ ਤੁਸੀਂ ਨੋਟ ਕਰ ਲੈਣੀ ਗੱਲਾਂ। ਕੰਸੀਡਰ ਦਾ ਫੋਲੋਇੰਗ ਪੇਅਰਸ, ਆਹ ਪੇਅਰਸ ਕੁਛ ਦਿੱਤੇ ਆ। ਕ੍ਰਾਫਟ ਐਂਡ ਹੈਰੀਟੇਜ ਆਫ ਇੰਡੀਆ, ਠੀਕ ਹੈ ਨਾ। ਕੁਛ ਗੱਲਾਂ ਜਿਹੜੀਆਂ ਕ੍ਰਾਫਟ ਦੀਆਂ, ਕਲਾਕਾਰੀ ਦੀਆਂ ਗੱਲਾਂ ਹੋਈਆਂ ਆ, ਉਹ ਦੱਸਣਾ ਸਹੀ ਹੈ ਜਾਂ ਗਲਤ ਆ। ਪੁਠੁੱਕੀ ਸ਼ਾਲ ਤਮਿਲਨਾਡੂ, ਵਿਆਹ ਵਾਲੇ ਸ਼ਾਲ ਆ, ਕੀ ਇਹ ਤਮਿਲਨਾਡੂ ਦੇ ਵਿੱਚ ਬਣਦੇ ਆ? ਸਾਨੂੰ ਨਹੀਂ ਪਤਾ, ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ। ਸੁਜਨੀ ਐਮਬਰਾਇਡਰੀ, ਸੁਜਨੀ ਕਸੀਦਾਕਾਰੀ, ਸੂਈ ਦੇ ਨਾਲ ਡਿਜ਼ਾਈਨ ਪਾਉਣੇ, ਮਹਾਰਾਸ਼ਟਰ ਦਾ, ਸਾਨੂੰ ਨਹੀਂ ਪਤਾ। ਓਪੜਾ ਜਾਮਦਾਨੀ ਸਾੜੀ, ਕਰਨਾਟਕਾ ਦਾ, ਸਾਨੂੰ ਨਹੀਂ ਪਤਾ। ਇਹ ਵੀ ਤੁਸੀਂ ਸਕਿਪ ਕਰਨਾ ਜੀ, ਟਫ ਆ ਜੀ ਇਹ, ਫਿਰ ਵੀ ਅਸੀਂ ਆਂਸਰ ਪੜ੍ਹ ਲੈਂਦੇ ਹਾਂ ਜੀ। ਜਿਹੜੀ ਹੈ ਸੁਜਨੀ ਐਮਬਰਾਇਡਰੀ, ਉਹ ਬਿਹਾਰ ਦੀ ਹੈ ਜੀ, ਨੋਟ ਕਰ ਲਿਓ। ਓਪਦਾ ਜਾਮਦਾਨੀ ਸਾੜੀ, ਇਹ ਬਿਲੋਂਗ ਕਰਦੀ ਆ ਆਂਧਰਾ ਪ੍ਰਦੇਸ਼ ਨੂੰ, ਠੀਕ ਹੈ ਨਾ। ਪੁਠੁੱਕੀ ਸ਼ਾਲ ਤਮਿਲਨਾਡੂ ਨੂੰ, ਇਹ ਸਹੀ ਆ। ਆਹ ਗਲਤ ਹੋ ਗਿਆ,
ਇਹ ਬਿਹਾਰ ਨੂੰ ਬਿਲੋਂਗ ਕਰਦੀ ਹੈ ਜੀ। ਸੁਜਨੀ ਐਮਬਰਾਇਡਰੀ ਉਪਦਾ ਜਾਮਦਾਨੀ ਸਾਰੀ ਕਿਹਨੂੰ ਕਰਦੀ ਹੈ ਜੀ? ਆਂਧਰਾ ਨੂੰ, ਕਰਨਾਟਕਾ ਨੂੰ ਨਹੀਂ, ਆਂਧਰਾ ਨੂੰ ਕਰਦੀ ਹੈ। ਇਸ ਲਈ ਆਂਸਰ ਹੋ ਗਿਆ ਜੀ ਏ, ਓਨਲੀ 1 ਸਹੀ ਆ। ਠੀਕ, ਕੰਸੀਡਰ ਦਾ ਫੋਲੋਇੰਗ ਪੇਅਰਸ ਆਫ ਟ੍ਰੈਡੀਸ਼ਨ ਵਰਸਸ ਸਟੇਟ। ਦੇਖਦੇ ਹਾਂ ਜੀ, ਇੱਕ ਟ੍ਰੈਡੀਸ਼ਨ ਆ ਉਹ ਕਿਹੜੇ ਸਟੇਟ ਵਿੱਚ ਫੋਲੋ ਕੀਤਾ ਜਾਂਦਾ ਆ, ਪਰੰਪਰਾ। ਚਾਪਚਰਕੁਟ ਫੈਸਟੀਵਲ ਮਿਜ਼ੋਰਮ, ਚਾਪਚਰਕੁਟ ਫੈਸਟੀਵਲ ਮਿਜ਼ੋਰਮ, ਪਤਾ ਨਹੀਂ, ਸਹੀ ਵੀ ਹੋ ਸਕਦਾ। ਦੇਖੋ ਜੀ, ਖੋਂਗਜੋਮ ਪਰਬ ਬਲਦ, ਬਲਦ ਹੁੰਦਾ ਜੀ, ਜਿੱਦਾਂ ਸਾਡੇ ਇੱਥੇ ਨਹੀਂ ਹੈਗੇ ਉਹ ਗਾਉਂਦੇ ਆ, ਢਾਡੀ ਕੀਰਤਨ ਕਰਦੇ ਆ, ਉਸ ਹਿਸਾਬ ਨਾਲ ਲੋਕ ਸੰਗੀਤ ਆ। ਖੋਂਗਜੋਮ ਪਰਬ ਹੋ ਗਿਆ ਜੀ ਤਿਉਹਾਰ। ਖੋਂਗਜੋਮ, ਇਹ ਖੋਂਗਜੋਮ ਉੱਥੋਂ ਦਾ ਕੋਈ ਰਾਜਾ ਰੂਜਾ ਹੋਣਾ ਜੀ, ਉਸਨੇ ਅੰਗਰੇਜ਼ਾਂ ਨਾਲ ਲੜਾਈ ਲੜੀ ਸੀ। ਰਾਜੇ ਦੀ ਕਹਾਣੀ ਹੈ ਜੀ, ਵੀ ਉਹਨੂੰ ਕਿਸ ਤਰ੍ਹਾਂ ਬਹਾਦਰੀ ਨਾਲ ਅੰਗਰੇਜ਼ਾਂ ਨਾਲ ਜਾਂ ਹੋਰ ਕਿਸੇ ਨਾਲ ਯੁੱਧ ਲੜਿਆ ਸੀ। ਤਾਂ ਉਸ ਯੁੱਧ ਦਾ ਵਰਣਨ ਕਰਦੇ ਆ ਜੀ ਗਾ ਕੇ। ਇਹ ਕਹਿੰਦੇ ਮਨੀਪੁਰ ਦਾ ਆ, ਹੋ ਸਕਦਾ ਜੀ, ਨਹੀਂ ਵੀ ਹੋ ਸਕਦਾ। ਠਾਂਗ ਟਾ ਡਾਂਸ, ਠਾਂਗ ਟਾ, ਇਹ ਤੁਸੀਂ ਪੜ੍ਹਿਆ ਹੋਣਾ ਜੀ NCERT ਵਿੱਚ। ਇਹਦੇ ਵਿੱਚ ਨਾ ਇੱਕ ਹੱਥ ਵਿੱਚ ਉਹ ਹੁੰਦੀ ਤਲਵਾਰ ਹੁੰਦੀ ਆ, ਤੇ ਇਹ ਬੜਾ ਵਧੀਆ ਇੱਕ ਮਾਰਸ਼ਲ ਆਰਟ ਆ। ਕਿੱਥੋਂ ਦਾ? ਮਨੀਪੁਰ ਦਾ ਮਾਰਸ਼ਲ ਆਰਟ ਆ ਇਹ ਤੁਸੀਂ ਵੀਡੀਓ ਦੇਖਿਓ ਕਿੱਦਾਂ ਨਾ ਇਹ ਇੱਕ ਤੁਸੀਂ ਨਾਲੇ ਦਾ ਜਿੱਦਾਂ ਸਾਡੀ ਗੱਤਕਾ ਆ ਉਸ ਹਿਸਾਬ ਨਾਲ ਮਨੀਪੁਰ ਦਾ ਮਾਰਸ਼ਲ ਆਰਟ ਆ ਜੀ। ਥਾਂਗ ਟਾ, ਇਹ ਤੁਸੀਂ ਯਾਦ ਕਰ ਲੈਣਾ। ਇਸ ਲਈ ਤੀਜਾ ਤਾਂ ਹੋ ਗਿਆ ਗਲਤ, ਕਰੈਕਟ ਆਪਾਂ ਲੱਭਣਾ ਆ। ਜੇ ਤੀਜਾ ਗਲਤ ਹੋ ਗਿਆ ਤਾਂ ਆ ਵੀ ਚੱਕਿਆ ਗਿਆ ਤੇ ਆ ਵੀ ਚੱਕਿਆ ਗਿਆ। ਹੁਣ ਜਾਂ ਤਾਂ ਪਹਿਲਾ ਦੂਜਾ ਸਹੀ ਆ ਜਾਂ ਪਹਿਲਾ ਸਹੀ ਆ। ਦੇਖਦੇ ਹਾਂ ਆਂਸਰ ਹੈ ਜੀ ਬੀ ਮਤਲਬ ਦੋਨੋਂ ਸਹੀ ਆ। ਚਾਪਚਾਰਕੁਟ ਫੈਸਟੀਵਲ ਮਿਜ਼ੋਰਮ ਦਾ ਆ, ਠੀਕ ਹੈ ਜੀ। ਖੋਂਗਜੋਮ ਪਰਬ ਬਲਦ ਹੁੰਦਾ ਜੀ, ਮੈਂ ਦੱਸਿਆ ਲੋਕ ਗੀਤ ਗਾਉਣੇ, 12 ਗਾਉਣੀਆਂ, ਇਹ ਮਨੀਪੁਰ ਦਾ ਆ, ਠੀਕ ਹੈ ਜੀ। ਦੋਨੋਂ ਸਹੀ ਹੈ ਜੀ, ਪਹਿਲਾ ਦੂਜਾ। ਠਾਂਗ ਟਾ ਕਿੱਥੋਂ ਦਾ? ਮਨੀਪੁਰ ਦਾ। ਤੀਜਾ ਗਲਤ ਹੋ ਗਿਆ, ਪੜ੍ਹ ਲੈਂਦੇ ਜੀ। ਖੋਂਗਜੋਮ ਪਰਬ ਇਹ ਕੀ ਆ? ਇਜ਼ ਐਨ ਇੰਪੋਰਟੈਂਟ ਫੋਕ ਮਿਊਜ਼ਿਕ, ਲੋਕ ਸੰਗੀਤ ਆ, ਫਰੋਮ ਦਾ ਸਟੇਟ ਆਫ ਮਨੀਪੁਰ ਦਾ। ਇਟ ਇਜ਼ a popular ballad genre which is a musical narration of the battle of ਖੋਂਗਜੋਮ fought between battle of ਖੋਂਗਜੋਮ ਦੀ ਲੜਾਈ ਦਾ ਵਰਣਨ ਕੀਤਾ ਗਿਆ ਜੀ ਇਸ ਖੋਂਗਜੋਮ ਪਰਬ ਵਿੱਚ। ਇਹ ਗਾ ਕੇ ਖੋਂਗਜੋਮ ਦੀ ਲੜਾਈ ਦਾ ਵਰਣਨ ਕਰਦੇ ਆ, ਜਿਹੜੀ ਲੜਾਈ ਹੋਈ ਸੀ ਬ੍ਰਿਟਿਸ਼ਰ ਵਿੱਚ ਤੇ ਮਨੀਪੁਰੀ ਲੋਕਾਂ ਵਿੱਚ। ਤਾਂ ਫਿਰ ਉਹ ਆਪਣੀ ਮਨੀਪੁਰ ਲੋਕਾਂ ਦੀ ਬਹਾਦਰੀ ਦਾ ਜ਼ਿਕਰ ਕਰਦੇ ਆ ਇਸ ਤਰ੍ਹਾਂ ਗੀਤ ਗਾ ਕੇ, ਠੀਕ ਹੈ ਜੀ। ਠਾਂਗ ਟਾ ਕੀ ਸੀ? ਇਜ਼ ਦਾ ਐਕਸਕਲੂਸਿਵ ਮਾਰਸ਼ਲ ਡਾਂਸ ਫਰੋਮ ਕਿੱਥੋਂ ਜੀ? ਮਨੀਪੁਰ ਦਾ ਮਾਰਸ਼ਲ ਡਾਂਸ ਆ। ਸਾਡਾ ਜਿਸ ਤਰ੍ਹਾਂ ਗੱਤਕਾ ਹੁੰਦਾ ਉਸ ਹਿਸਾਬ ਨਾਲ ਠਾਂਗ ਟਾ ਆ ਜੀ। ਦੋ ਜਾਣੇ ਆਪਸ 'ਚ ਏਦਾਂ ਗੱਤਕਾਬਾਜੀ ਕਰਦੇ ਆ। ਠਾਂਗ ਮੀਨਸ ਸਵॉर्ड ਐਂਡ ਟਾ ਮੀਨਸ ਸਪੀਅਰ। ਠਾਂਗ ਦਾ ਮਤਲਬ ਤਲਵਾਰ ਤੇ ਟਾ ਦਾ ਮੀਨ ਕੀ ਆ? ਭਾਲਾ। ਅੱਗੇ ਦੇਖਦੇ ਹਾਂ। ਵਿਚ ਵਨ ਆਫ ਦਾ ਫੋਲੋਇੰਗ ਇਜ਼ ਨੋਟ ਏ ਹੜੱਪਨ ਸਾਈਟ। ਇਹਨਾਂ ਵਿੱਚੋਂ ਕਿਹੜਾ ਹੜੱਪਾ ਸਾਈਟ ਨਹੀਂ ਆ? ਹੜੱਪਾ ਦੀ ਖੁਦਾਈ ਜਿਹੜੀ ਆਪਾਂ ਕੀਤੀ ਉਸ ਸਮੇਂ ਦੀ, ਆਪਾਂ ਖੁਦਾਈ ਕੀਤੀ ਹੜੱਪਨ ਦੇ ਲਾਗੇ, ਫਿਰ ਉਸ ਹਿਸਾਬ ਨਾਲ ਫਿਰ ਖੁਦਾਈਆਂ ਹੋਰ ਜਗ੍ਹਾ ਵੀ ਹੋਈਆਂ ਤੇ ਇੱਕ ਸੱਭਿਅਤਾ ਪਾਈ ਗਈ ਸੀ ਸਿੰਧੂ ਘਾਟੀ ਦੀ ਸੱਭਿਅਤਾ, ਉਹਨੂੰ ਅਸੀਂ ਹੜੱਪਨ ਸੱਭਿਅਤਾ ਵੀ ਕਹਿ ਦਿੰਦੇ ਹਾਂ। ਹੁਣ ਗੱਲ ਆਉਂਦੀ ਆ ਕਿ ਜਿਹੜੀਆਂ ਅਲੱਗ-ਅਲੱਗ ਜਗ੍ਹਾਵਾਂ ਸੀਗੀਆਂ ਉਹਨਾਂ ਵਿੱਚੋਂ ਕਿਹੜੀ ਜਗ੍ਹਾ ਹੜੱਪਨ ਸਾਈਟ ਨਹੀਂ ਆ। ਤੁਸੀਂ ਨਾ ਹੜੱਪਨ ਸਾਈਟਾਂ ਯਾਦ ਕਰ ਲੈਣੀਆਂ, ਉਹਨਾਂ ਉੱਤੇ 2-3 ਵਾਰ ਪ੍ਰਸ਼ਨ ਪੁੱਛੇ ਜਾ ਚੁੱਕੇ ਆ। ਚਾਂਦ ਹੁਦਰੋ ਹੜੱਪਨ ਸਾਈਟ ਹੈ ਜੀ। ਕੋਟ ਡੀਜੀ ਹੜੱਪਨ ਸਾਈਟ ਆ। ਥੋੜਾ ਵੀ ਤੁਸੀਂ ਪੜ੍ਹਿਆ ਹੋਊਗਾ ਤੁਹਾਨੂੰ ਪਤਾ ਲੱਗ ਜਾਣਾ। ਦੇਖੋ ਸ਼ੋਹਗੌੜਾ ਤੇ ਦੇਸਲਪੁਰ, ਇਹਨਾਂ ਵਿੱਚ ਕੁੰਡੀ ਫਸ ਗਈ। ਹੁਣ ਆਪਾਂ ਪਹਿਲੇ ਪ੍ਰਸ਼ਨ ਪੜ੍ਹੇ ਆ, ਉਸ ਵੇਲੇ ਇੱਕ ਗੱਲ ਆਈ ਸੀ ਕਿ ਜਿਹੜਾ ਸ਼ਗੌੜਾ ਸੀ ਨਾ, ਸ਼ਗੌੜਾ ਵਿੱਚ ਇੱਕ ਕਾਪਰ ਦੀ ਪਲੇਟ ਮਿਲੀ ਆ। ਜ਼ਿਆਦਾਤਰ ਜਿਹੜੇ ਸ਼ਿਲਾਲੇਖ ਆ ਉਹ ਮਿਲੇ ਆ ਜੀ ਅਸ਼ੋਕਾ ਦੇ ਟਾਈਮ ਵਿੱਚ ਪੱਥਰਾਂ ਤੇ ਲਿਖੇ ਹੋਏ ਜਾਂ ਬਾਅਦ ਵਿੱਚ ਮਿਲੇ ਆ। ਤੇ ਜੇ ਕਹੀਏ ਕਿ ਮੈਟਲ ਦੇ ਉੱਤੇ ਕੁਝ ਲਿਖਿਆ ਨਾ, ਮੈਟਲ ਦੇ ਉੱਤੇ ਕੁਝ ਲਿਖਿਆ, ਇਹ ਵੀ ਗੱਲਾਂ ਬਾਅਦ ਵਿੱਚ ਸਾਨੂੰ ਮਿਲਦੀਆਂ ਗੁਪਤ ਕਾਲ ਦੇ ਦੌਰਾਨ। ਪਰ ਜੇ ਕਹੀਏ ਕਿਸੇ ਪਲੇਟ ਦੇ ਉੱਤੇ, ਮੈਟਲ ਪਲੇਟ ਦੇ ਉੱਤੇ ਕੋਈ ਗੱਲ ਲਿਖੀ ਆ ਨਾ ਪੁਰਾਣੀ, ਤਾਂ ਉਹ ਇੱਕ ਮਿਲਦੀ ਹੈ ਜੀ ਕਾਪਰ ਦੀ ਪਲੇਟ। ਸ਼ਗੌੜਾ ਇੱਕ ਥਾਂ ਆ, ਉੱਥੇ ਖੁਦਾਈ ਹੋਈ ਤੇ ਉੱਥੇ ਇੱਕ ਕਾਪਰ ਦੀ ਪਲੇਟ ਮਿਲੀ ਜਿੱਥੇ ਗੱਲਾਂ ਲਿਖੀਆਂ ਸੀ। ਯਾਦ ਕਰੋ ਅਸੀਂ ਪਹਿਲਾ ਪ੍ਰਸ਼ਨ ਪੜ੍ਹਿਆ, ਉੱਥੇ ਗੱਲਾਂ ਲਿਖੀਆਂ ਸੀ ਕਿ ਅਕਾਲ ਪੈਣ ਤੇ ਰਾਜੇ ਦੇ ਕੀ ਕਰਤੱਵ ਆ। ਅਕਾਲ ਪੈ ਜਾਏ ਜਾਂ ਕੁਛ ਹੋਰ ਐਕਸਟ੍ਰੀਮ ਸਿਚੁਏਸ਼ਨ ਆ ਜਾਏ, ਸਾਡੇ ਕੋਲ ਅਨਾਜ ਦੀ ਕਮੀ ਆ ਜਾਏ, ਤਾਂ ਉਸ ਵੇਲੇ ਅਸੀਂ ਕਿਹੜੇ ਮੇਜਰਸ, ਕਿਹੜੇ ਆਪਾਂ
ਤਰੀਕੇ ਲੈ ਕੇ ਆਉਣੇ ਆ। ਭਾਵ ਪਹਿਲਾਂ ਹੀ ਅਨਾਜ ਸਟੋਰ ਕਰਕੇ ਰੱਖਣਾ ਆ ਤਾਂ ਕਿ ਆਮ ਜਨਤਾ ਵਿੱਚ ਉਸ ਨੂੰ ਵੰਡਿਆ ਜਾ ਸਕੇ। ਕੁਛ ਇਸ ਹਿਸਾਬ ਦੀਆਂ ਗੱਲਾਂ ਲਿਖੀਆਂ ਸੀ ਉਸ ਕਾਪਰ ਪਲੇਟ ਵਿੱਚ। ਇਹਦਾ ਮਤਲਬ ਸ਼ਗੌਰਾ ਦੀ ਕਾਪਰ ਪਲੇਟ ਇੰਪੋਰਟੈਂਟ ਸੀ, ਜਿਹੜੀ ਕਿ ਮੌर्य ਕਾਲ ਦੇ ਵਿੱਚ ਮੌर्य ਕਾਲ ਦੀ ਕਾਪਰ ਪਲੇਟ ਆ ਇਹ। ਠੀਕ, ਦੇਖ ਲਓ ਹੁਣ ਇਸੀ ਕਾਪਰ ਇਹ ਪਹਿਲਾ ਪ੍ਰਸ਼ਨ ਵੀ ਆਇਆ ਆ, ਇਹ ਫਿਰ ਆ ਗਿਆ ਜੀ ਸ਼ਗੌਰਾ। ਤੇ ਸ਼ਗੌਰਾ ਕੀ ਹੋ ਗਿਆ ਫਿਰ? ਇਹ ਸਿੰਧੂ ਘਾਟੀ ਦੀ ਸਾਈਡ ਨਹੀਂ ਹੋਈ, ਇਹ ਮੌर्य ਕਾਲ ਦੀ ਜਗ੍ਹਾ ਹੋਈ। ਠੀਕ, ਇਸ ਕਰਕੇ ਆਹ ਸੀ ਆਂਸਰ ਹੈ ਜੀ। ਦੇਸਲਪੁਰ ਵੀ ਹੋਵੇਗਾ ਹੜੱਪਨ ਸਾਈਟ, ਪਰ ਸਾਨੂੰ ਪਤਾ ਸ਼ਗੌਰਾ ਕੀ ਆ, ਮੌर्य ਕਾਲ ਦੀ ਜਗ੍ਹਾ ਆ। ਠੀਕ ਹੈ ਜੀ। ਸ਼ਗੌੜਾ ਤਾਂਬੇ ਦੀ ਪਲੇਟ, ਇਹ ਸਭ ਤੋਂ ਪੁਰਾਣੀ ਜਾਣੀ ਜਾਂਦੀ ਤਾਂਬੇ ਦੀ ਪਲੇਟ ਹੈ, ਜਿਸ ਨੂੰ ਸ਼ਗੌੜਾ ਤਾਂਬੇ ਪਲੇਟ ਵਜੋਂ ਵੀ ਜਾਣਿਆ ਜਾਂਦਾ ਹੈ। ਇੱਕ ਮੌर्य ਰਿਕਾਰਡ, ਇਹ ਇੱਕ ਮੌर्य ਰਿਕਾਰਡ ਹੈ ਜਿਸ ਵਿੱਚ ਅਕਾਲ ਰਾਹਤ ਯਤਨਾਂ ਦਾ ਜ਼ਿਕਰ ਹੈ, ਵੀ ਜੇ ਅਕਾਲ ਪੈ ਗਿਆ ਤਾਂ ਅਸੀਂ ਕਿਸ ਤਰ੍ਹਾਂ ਰਾਹਤ ਪਹੁੰਚਾਉਣੀ ਆ। ਠੀਕ ਹੈ ਜੀ, ਇਹ ਤੁਸੀਂ ਨੋਟ ਕਰ ਲੈਣਾ। ਅਗਲਾ ਪ੍ਰਸ਼ਨ, ਇਨ ਵਿਚ ਆਫ ਦਾ ਫੋਲੋਇੰਗ ਰਿਲੀਫ ਸਕਲਪਚਰ ਇਨਸਕ੍ਰਿਪਸ਼ਨਸ, ਵੀ ਆਪਾਂ ਇੱਕ ਸ਼ਿਲਾਲੇਖ ਆ, ਉਹ ਸ਼ਿਲਾਲੇਖ ਦੇ ਉੱਤੇ ਕੀ ਲਿਖਿਆ ਆ? ਇਜ਼ ਰਾਨੀਓ ਅਸ਼ੋਕਾ, ਰਾਨੀਓ ਅਸ਼ੋਕਾ ਮੀਨ ਕਿੰਗ ਅਸ਼ੋਕਾ ਲਿਖਿਆ ਗਿਆ ਆ। ਕਿੰਗ ਅਸ਼ੋਕਾ ਮੈਂਸ਼ਨਡ ਅਲੋਂਗ ਵਿਦ ਦਾ ਸਟੋਨ ਪੋਰਟਰੇਟ ਆਫ ਅਸ਼ੋਕਾ, ਪੱਥਰ ਦਾ ਪੋਰਟਰੇਟ ਬਣਾਇਆ, ਮੂਰਤੀ ਜੀ ਬਣੀ ਆ ਅਸ਼ੋਕਾ ਦੀ, ਉਹਦੇ ਨਾਲ ਕੀ ਲਿਖਿਆ ਕਿ ਕਿੰਗ ਅਸ਼ੋਕਾ। ਹੁਣ ਗੱਲ ਆਉਂਦੀ ਹੈ ਕਿ ਇਹ ਸ਼ਿਲਾਲੇਖ ਕਿੱਥੇ ਪਾਇਆ ਗਿਆ? ਇਨ ਵਿਚ ਆਫ ਦਾ ਫੋਲੋਇੰਗ ਰਿਲੀਫ ਸਕਲਪਚਰ, ਕਿੱਥੇ, ਕਿਹੜੀ ਜਗ੍ਹਾ ਤੇ ਜਿੱਥੇ ਕੁਛ ਕਲਾ ਦਾ ਕੋਈ ਸਕਲਪਚਰ, ਕੋਈ ਮੂਰਤੀ ਵਗੈਰਾ, ਕੋਈ ਸਟਰਕਚਰ ਪਾਈ ਗਈ ਆ, ਉੱਥੇ ਹੀ ਸਾਨੂੰ ਕੁਛ ਸ਼ਿਲਾਲੇਖ ਮਿਲੇ ਆ ਜਿੱਥੇ ਕਿ ਲਿਖਿਆ ਗਿਆ ਆ ਰਾਣੀਓ ਅਸ਼ੋਕਾ ਪਾਪ ਕਿੰਗ ਅਸ਼ੋਕਾ ਲਿਖਿਆ ਗਿਆ ਆ, ਤੇ ਉਹਦੇ ਨਾਲ ਅਸ਼ੋਕਾ ਦੀ ਪੱਥਰ ਦਾ ਪੋਰਟਰੇਟ ਆ। ਠੀਕ, ਪੱਥਰ ਦਾ ਇੱਦਾਂ ਉਹ ਬਣਿਆ ਹੋਇਆ ਜੀ, ਮੂਰਤੀ ਜੀ ਬਣੀ ਆ। ਇਹ ਕਿੱਥੇ ਆ ਜੀ? ਸ਼ਗੌਰਾ ਆਪਾਂ ਪੜ੍ਹਿਆ, ਇਹ ਤਾਂ ਇੱਥੇ ਕੀ ਆ, ਕਾਪਰ ਪਲੇਟ ਮਿਲੀ ਸੀ, ਛੱਡ ਦੋ। ਸਾਂਚੀ ਸਤੂਪ ਆ। ਸ਼ਾਹਬਾਜ਼ਗਰੀ, ਕੰਗਨਹਲੀ, ਹੁਣ ਸਾਨੂੰ ਨਹੀਂ ਪਤਾ ਇਹਦਾ ਆਂਸਰ ਕੀ ਹੈ ਜੀ, ਤੁੱਕਾ ਨਹੀਂ ਮਾਰਨਾ, ਨਹੀਂ ਆਉਂਦਾ ਤਾਂ ਪੇਪਰ 'ਚ ਛੱਡ ਦੇਣਾ। ਆਂਸਰ ਹੈ ਜੀ ਇਹ ਕੰਗਨਹਲੀ। ਇਹ ਇੱਕ ਜਗ੍ਹਾ ਆ ਜਿੱਥੇ ਕਿੰਗ ਅਸ਼ੋਕਾ ਲਿਖਿਆ ਗਿਆ ਤੇ ਨਾਲ ਉਹਦੇ ਅਸ਼ੋਕ ਦੀ ਮੂਰਤੀ ਆ। ਦੇਖ ਲੈਂਦੇ ਜੀ, ਇਹ ਪਿੱਛੇ ਜੇ 1993-94 ਦੀ ਗੱਲ ਆ, ਉਸ ਵੇਲੇ ਖੋਜ ਹੋਈ ਸੀ। 1993 ਵਿੱਚ ਪੁਰਾਤੱਤਵ ਵਿਗਿਆਨੀਆਂ ਦੀ ਇੱਕ ਟੀਮ ਨੇ ਸ਼ਨਾਈ ਕਰਨਾਟਕ ਦਾ ਸਰਵੇਖਣ ਕੀਤਾ। ਫਿਰ ਉੱਥੇ ਸਭ ਤੋਂ ਨਾਟਕੀ ਸਬੂਤ ਕਾਨਗਹਾਲੀ ਤੋਂ ਮਿਲੇ ਹਨ। ਕੀ ਸੀ ਉੱਥੇ ਕਰਨਾਟਕਾ ਵਿੱਚ, ਕਾਨਗਹਾਲੀ ਵਿੱਚ? ਹੁਣ ਦੇਖੋ, ਆਪਾਂ ਇੰਨੇ ਇੰਪੋਰਟੈਂਟ ਨਾਮ, ਹਰ ਕੋਈ ਨਾਮ ਨਹੀਂ ਯਾਦ ਕਰਨੇ ਬਹਿ ਜਾਣਾ, ਪਰ ਕਿਉਂਕਿ ਇੱਥੇ ਖੁਦਾਈ ਹੋਈ ਸੀ, ਥੋੜ੍ਹਾ ਬਹੁਤ ਇੰਪੋਰਟੈਂਟ ਹੋਏਗਾ, ਨਿਊਜ਼ ਵਿੱਚ ਹੋਏਗਾ, ਤਾਂ ਇਹ ਪ੍ਰਸ਼ਨ ਪੁੱਛ ਲਿਆ, ਅਦਰਵਾਈਜ਼ ਆਪਾਂ ਇਹਨੂੰ ਕੀ ਕਰਨਾ, ਸਕਿਪ ਕਰਨਾ। ਇਸ ਸਾਈਡ ਤੇ ਜਿਹੜੀ ਖੋਜਾਂ ਹੋਈਆਂ ਉਹਨਾਂ ਵਿੱਚ ਇੱਕ ਟੁੱਟੀ ਮੂਰਤੀ ਸ਼ਾਮਿਲ ਸੀ, ਜਿਸ ਵਿੱਚ ਇੱਕ ਰਾਜਾ ਅਤੇ ਰਾਣੀ ਕੀ ਕਰਦੀਆਂ ਪਈਆਂ, ਉਹ ਰਾਜਾ ਤੇ ਰਾਣੀਆਂ ਖੜੇ, ਉਹਨਾਂ ਦੇ ਆਲੇ ਦੁਆਲੇ ਕੀ ਆ, ਸੇਵਾਦਾਰਾਂ ਦਾ ਝੁੰਡ ਆ। ਤੇ ਬ੍ਰਾਹਮੀ ਅੱਖਰ ਵਿੱਚ ਇੱਕ ਸ਼ਿਲਾਲੇਖ ਪੜ੍ਹਿਆ ਗਿਆ ਹੈ ਜਿਸ ਦਾ ਕੀ ਮਤਲਬ ਹੈ, ਰਾਣੀਓ ਅਸ਼ੋਕਾ ਭਾਵ ਰਾਜਾ ਅਸ਼ੋਕਾ। ਕਹਿਣ ਦਾ ਭਾਵ ਆ, ਦੇਖੋ ਨਾ, ਅਸ਼ੋਕਾ ਨੂੰ ਸ਼ਿਲਾਲੇਖਾਂ ਵਿੱਚ ਪਿਯਦਸ਼ੀ ਲਿਖਿਆ ਗਿਆ ਆ, ਅਸ਼ੋਕਾ ਨੇ ਲਿਖਿਆ। ਪਰ ਫਿਰ ਵੀ ਕਰਨਾਟਕਾ ਵਿੱਚ ਇੱਕ ਸ਼ਿਲਾਲੇਖ ਮਿਲਿਆ ਜੀ ਪਿੱਛੇ ਜਿਹੇ ਕੁਝ ਸਾਲਾਂ ਪਹਿਲਾਂ, ਕਿ ਜਿੱਥੇ ਲਿਖਿਆ ਗਿਆ ਆ ਕਿ ਹਾਂ ਵੀ ਇਹ ਰਾਜਾ ਅਸ਼ੋਕ ਲਿਖਿਆ ਗਿਆ, ਤੇ ਲਾਗੇ ਰਾਜਾ ਅਸ਼ੋਕ ਦੀ ਉਹ ਆ ਮੂਰਤੀ ਆ, ਤੇ ਰਾਜਾ ਆ ਤੇ ਰਾਣੀ ਵੀ ਆ, ਤੇ ਆਸੇ ਪਾਸੇ ਕੀ ਆ, ਸੇਵਾਦਾਰ ਆ। ਅੱਛਾ ਜੀ, ਅੱਗੇ ਦੇਖਦੇ ਹਾਂ। ਕੰਸੀਡਰ ਦਾ ਫੋਲੋਇੰਗ, ਇਹਨੂੰ ਕੰਸੀਡਰ ਕਰਦੇ ਹਾਂ ਆਪਾਂ ਜੀ। ਡੀਡੀਫਿਕੇਸ਼ਨ ਆਫ ਦਾ ਬੁੱਧਾ ਨੂੰ ਦੇਵਤਾ ਮੰਨਣਾ, ਡੀਟੀਫਿਕੇਸ਼ਨ, ਉਹਨੂੰ ਡੀਟੀ ਮੰਨ ਲਿਆ ਜੀ, ਦੇਵਤਾ ਮੰਨ ਕੇ ਉਹਦੀ ਪੂਜਾ ਕਰਨੀ। ਟ੍ਰੇਡਿੰਗ ਦਾ ਪਾਥ ਬੋਧੀਸੱਤਵਾਂ ਵਿੱਚ ਵਿਸ਼ਵਾਸ ਕਰਨਾ। ਇਮੇਜ ਵਰਸ਼ਿਪ ਐਂਡ ਰਿਚੁਅਲਸ, ਬੁੱਧਾ ਦੀ ਫੋਟੋ ਦੀ ਪੂਜਾ ਕਰਨੀ, ਤੇ ਹੋਰ ਰੀਤੀ ਰਿਵਾਜ ਵੀ ਸ਼ਾਮਲ ਆ ਗਏ, ਰਸਮਾਂ ਰੀਤਾਂ ਵੀ ਸ਼ਾਮਲ ਹੋ ਗਈਆਂ। ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਆਰ ਦਾ ਫੀਚਰਸ ਆਫ ਦਾ ਮਹਾਯਾਨ ਬੁੱਧਿਜ਼ਮ, ਇਹਨਾਂ ਵਿੱਚੋਂ ਕਿਹੜੀਆਂ ਗੱਲਾਂ ਮਹਾਯਾਨ ਬੁੱਧਿਜ਼ਮ ਵਿੱਚ ਹੈ। ਦੇਖੋ, ਆਪਾਂ ਪੜ੍ਹਿਆ ਸੀ ਕਿ ਪਹਿਲਾਂ ਬੁੱਧ ਦੀ ਐਜ਼ ਏ ਮੂਰਤੀ ਦੇ ਰੂਪ ਵਿੱਚ ਪੂਜਾ ਨਹੀਂ ਹੁੰਦੀ ਸੀ। ਬਾਅਦ ਵਿੱਚ ਜਦੋਂ ਮਹਾਯਾਨ ਬੁੱਧਿਜ਼ਮ ਆਇਆ, ਉਸ ਵਿੱਚ ਕੀ ਹੋਇਆ, ਬੁੱਧ ਧਰਮ ਨੂੰ ਦੇਵਤਾ ਮੰਨ ਲਿਆ ਜੀ, ਠੀਕ ਹੈ ਜੀ, ਇੱਕ ਡੀਟੀ ਮੰਨ ਲਿਆ, ਭਗਵਾਨ ਮੰਨ ਲਿਆ। ਬੋਧੀਸੱਤਵ ਦਾ ਕੰਸੈਪਟ ਵੀ ਆਇਆ ਜੀ ਮਹਾਯਾਨ ਬੁੱਧਿਜ਼ਮ ਵਿੱਚ, ਤੇ ਹੁਣ ਇਹ
ਮੂਰਤੀ ਪੂਜਾ ਵੀ ਕਰਨ ਲੱਗ ਗਏ, ਫੋਟੋ ਵਰਸ਼ਿਪ ਕਰਨ ਲੱਗ ਗਏ, ਤੇ ਨਾਲ ਫੁੱਲ ਚੜਾਉਣ ਲੱਗ ਗਏ, ਹੈ ਨਾ, ਦੀਵੇ ਵਗੈਰਾ ਚਲਾਉਣ ਲੱਗ ਗਏ, ਤੇ ਪੂਜਾ ਅਰਚਨਾ ਸ਼ੁਰੂ ਕਰਤੀ। ਹੁਣ ਕੀ ਆ, ਰੀਤੀ ਰਿਵਾਜ, ਰਸਮ ਵਗੈਰਾ ਸ਼ੁਰੂ ਹੋ ਗਈਆਂ। ਇਹ ਤਿੰਨੇ ਗੱਲਾਂ ਮਹਾਯਾਨੀ ਬੁੱਧੀਜ਼ਮ ਵਿੱਚ ਹੈ ਜੀ। 1 2 3 ਆਂਸਰ ਹੈ ਜੀ। ਅਗਲਾ ਪ੍ਰਸ਼ਨ, ਵਿਦ ਰੈਫਰੈਂਸ ਟੂ ਫੋਰਸਡ ਲੇਬਰ, ਜੇ ਆਪਾਂ ਕਹੀਏ ਫੋਰਸਡ ਲੇਬਰ ਦੀ ਗੱਲ ਕਰੀਏ, ਕਿਸੇ ਦੀ ਇੱਛਾ ਦੇ ਵਿਰੁੱਧ ਉਹ ਤੋਂ ਮਜ਼ਦੂਰੀ ਕਰਾਉਣੀ, ਫੋਰਸਡ ਲੇਬਰ, ਜਿਹਨੂੰ ਕਹਿੰਦੇ ਬਿਸ਼ਤੀ। ਇਨ ਇੰਡੀਆ ਡਿਊਰਿੰਗ ਦ ਗੁਪਤ ਪੀਰੀਅਡ ਦੀ ਗੱਲ ਹੋ ਰਹੀ ਆ, ਉਸ ਵੇਲੇ ਫੋਰਸਡ ਲੇਬਰ ਨੂੰ ਕਹਿੰਦੇ ਬਿਸ਼ਤੀ। ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਕਰੈਕਟ, ਇਹਨਾਂ ਵਿੱਚੋਂ ਕਿਹੜੀ ਗੱਲ ਸਹੀ ਆ। ਸਿੰਪਲ ਆਪਾਂ ਗੱਲ ਕਰ ਲਈਏ ਕਿ ਗੁਪਤਾ ਪੀਰੀਅਡ ਵਿੱਚ ਨਾ ਫੋਰਸਡ ਲੇਬਰ ਵੱਧ ਗਈ ਸੀ। ਜਗ੍ਹਾ ਜਗ੍ਹਾ ਮਿਲੇ ਸ਼ਿਲਾਲੇਖਾਂ ਵਿੱਚ ਇਹ ਗੱਲ ਬਾਰ-ਬਾਰ ਆਉਂਦੀ ਆ ਕਿ ਫੋਰਸਡ ਲੇਬਰ ਸਹੀ, ਤੇ ਫੋਰਸਡ ਲੇਬਰ ਨੂੰ ਕਹਿੰਦੇ ਸੀ ਬਿਸ਼ਤੀ, ਜਬਰਨ ਮਜ਼ਦੂਰੀ ਕਰਵਾਉਣਾ। ਤੇ ਇਹ ਜਬਰਨ ਮਜ਼ਦੂਰੀ ਕਰਵਾਈ ਜਾਂਦੀ ਸੀ, ਸਟੇਟ ਦੁਆਰਾ ਵੀ ਕਰਵਾਈ ਜਾਂਦੀ ਸੀ, ਤਾਂ ਸਟੇਟ ਦੀ ਇਨਕਮ ਦਾ ਇੱਕ ਪ੍ਰਮੁੱਖ ਸੋਰਸ ਸੀਗਾ, ਸਰੋਤ ਸੀ ਇਹ ਫੋਰਸਡ ਲੇਬਰ। ਤਾਂ ਇਹਨੂੰ ਟੈਕਸ ਦੇ ਰੂਪ ਵਿੱਚ ਵੀ ਮੰਨਿਆ ਜਾਂਦਾ ਸੀ, ਹਾਂ ਬਈ ਤੁਸੀਂ ਟੈਕਸ ਨਹੀਂ ਦੇ ਸਕਦੇ ਤਾਂ ਫੋਰਸਡ ਲੇਬਰ ਕਰੋ ਤੇ ਸਰਕਾਰ ਨੂੰ ਇੰਨੇ ਪੈਸੇ ਦਿਓ। ਇਟ ਵਾਜ਼ ਕੰਸੀਡਰਡ ਏ ਸੋਰਸ ਆਫ ਇਨਕਮ ਫॉर ਦ ਸਟੇਟ, ਇਹ ਸ਼ਾਰਟ ਆਫ ਟੈਕਸ, ਸਟੇਟ ਲਈ ਇਹ ਕੀ ਆ, ਇਨਕਮ ਦਾ ਸੋਰਸ ਸੀਗਾ, ਇੱਕ ਪ੍ਰਕਾਰ ਦਾ ਇੱਕ ਟੈਕਸ ਹੀ ਸੀਗਾ, ਪੇਡ ਬਾਏ ਦਾ ਪੀਪਲ, ਜਿਹੜਾ ਕਿ ਜਨਤਾ ਦੁਆਰਾ ਪੇ ਕੀਤਾ ਜਾਂਦਾ ਸੀ। ਤਾਂ ਆਨਸਰ ਕੀ ਹੋ ਗਿਆ ਜੀ, ਏ। ਬਿਲਡਿੰਗ ਕਲਿਆਣ ਮੰਡਪ ਬਣਾਉਣੇ, ਕਲਿਆਣ ਮੰਡਪਸ ਵਾਜ਼ ਏ ਨੋਟੇਬਲ ਫੀਚਰ ਇਨ ਦਾ ਟੈਂਪਲ ਕੰਸਟਰਕਸ਼ਨ ਇਨ ਦਾ ਕਿੰਗਡਮ ਆਫ, ਕਿਹੜੇ ਸਾਮਰਾਜ ਵਿੱਚ ਜਦੋਂ ਮੰਦਿਰ ਬਣਾਏ ਜਾਂਦੇ ਸੀਗੇ ਤੇ ਨਾਲ ਕਲਿਆਣ ਮੰਡਪ ਵਗੈਰਾ ਵੀ ਬਣਾਏ ਜਾਂਦੇ ਸੀ। ਕਲਿਆਣ ਮੰਡਪ ਇਹ ਹੈ ਜੀ ਵਿਜੇਨਗਰ ਅੰਪਾਇਰ। ਇਹ ਗੱਲ ਸਿੱਧੀ ਲਿਖੀ ਗਈ ਹੈ NCERT ਵਿੱਚ ਕਿ ਵਿਜੇਨਗਰ ਅੰਪਾਇਰ ਵਿੱਚ ਜਦੋਂ ਮੰਦਿਰ ਬਣਦੇ ਸੀ ਨਾ, ਤਾਂ ਉਸ ਵਿੱਚ ਇੱਕ ਮੰਡਪ ਤੋਂ ਵੱਧ ਮੰਡਪ ਵੀ ਬਣਦੇ ਸੀ ਜੀ, 2-3 ਮੰਡਪ ਵੀ ਬਣਾ ਦਿੰਦੇ ਸੀ। ਤੇ ਉਹਦਾ ਵਿੱਚ ਜਿਹੜਾ ਮੇਨ ਮੰਡਪ ਹੁੰਦਾ ਸੀ ਨਾ, ਉਹਨੂੰ ਕਹਿੰਦੇ ਸੀ ਕਲਿਆਣ ਮੰਡਪ। ਤੇ ਮੰਡਪ ਇੰਪੋਰਟੈਂਟ ਸੀ ਕੰਸੈਪਟ। ਕਲਿਆਣ ਮੰਡਪ ਕਿਹੜੇ ਸਾਮਰਾਜ ਵਿੱਚ ਸੀ ਜੇ, ਇਹ ਵਿਜੇਨਗਰ ਅੰਪਾਇਰ। ਵਿਜੇਨਗਰ ਸਾਮਰਾਜ ਵਿੱਚ ਜਦੋਂ ਮੰਦਿਰ ਵਗੈਰਾ ਬਣਦੇ ਸੀ ਤਾਂ ਉਸ ਵੇਲੇ ਮੰਡਪ ਇੱਕ ਖਾਸ ਫੀਚਰ ਸੀ ਜੀ ਮੰਦਿਰਾਂ ਦੀ। ਹੁਣ ਤੁਸੀਂ ਕਹੋਗੇ ਸਰ ਮੰਡਪ ਤਾਂ ਪਹਿਲਾਂ ਵੀ ਬਣਦੇ ਸੀਗੇ, ਮੰਡਪ ਬਣਦੇ ਸੀ, ਚਲੋ ਇੱਕ ਬਣਦਾ ਸੀ, ਹੁਣ ਕੀ ਆ 2 ਬਣਨ ਲੱਗ ਗਏ, 2-3 ਹੈ ਨਾ, ਇੱਕ ਤੋਂ ਜ਼ਿਆਦਾ ਮੰਡਪ ਬਣਨ ਲੱਗ ਗਏ। ਤਾਂ ਜਿਹੜਾ ਮੇਨ ਮੰਡਪ ਸੀ ਉਹਨੂੰ ਕਹਿੰਦੇ ਸੀ ਕਲਿਆਣ ਮੰਡਪ। ਠੀਕ ਹੈ ਜੀ। ਵਿਜੇਨਗਰ ਸਕੂਲ ਆਫ ਆਰਟ ਵਿੱਚ ਕੀ ਸੀਗਾ, ਆਰਕੀਟੈਕਚਰ ਵਿੱਚ ਕੀ ਸੀ, ਮੋਰ ਦੈਨ 1 ਮੰਡਪਸ ਪਰ ਬਿਲਡ ਇਨ ਈਚ ਟੈਂਪਲ, ਇੱਕ ਟੈਂਪਲ ਵਿੱਚ, ਇੱਕ ਮੰਦਿਰ ਵਿੱਚ ਇੱਕ ਤੋਂ ਜ਼ਿਆਦਾ ਮੰਡਪ ਬਣਾਏ ਜਾਂਦੇ ਸੀ। ਦਾ ਸੈਂਟਰਲ ਮੰਡਪ ਕੇਮ ਟੂ ਬੀ ਨੋਨ ਐਜ਼ ਕਲਿਆਣ ਮੰਡਪ, ਤਾਂ ਜਿਹੜਾ ਸੈਂਟਰਲ ਮੰਡਪ ਸੀ ਉਹਨੂੰ ਕਿਹਾ ਜਾਂਦਾ ਸੀ ਇਹ ਕੀ ਆ, ਕਲਿਆਣ ਮੰਡਪ ਆ ਜੀ। ਠੀਕ ਹੈ ਜੀ। ਵਿਦ ਰੈਫਰੈਂਸ ਟੂ ਦਾ ਕਲਚਰਲ ਹਿਸਟਰੀ ਆਫ ਇੰਡੀਆ, ਹਿਸਟਰੀ ਦੀ ਗੱਲ ਹੋ ਰਹੀ ਆ ਇੰਡੀਆ ਦੀ। ਵਿਚ ਵਨ ਆਫ ਦਾ ਫੋਲੋਇੰਗ ਇਜ਼ ਕਰੈਕਟ ਡਿਸਕ੍ਰਿਪਸ਼ਨ ਆਫ ਦਾ ਟਰਮ ਪਾਰਾਮਿਤਾਸ, ਵੀ ਇੱਕ ਟਰਮ ਹੈ ਜੀ ਪਾਰਾਮਿਤਾ, ਇਹ ਕੀ ਆ, ਪਾਰਾਮਿਤਾ ਕੀ ਆ ਜੀ। ਪਾਰਾਮਿਤਾ ਆਨਸਰ ਹੈ ਜੀ ਸੀ। ਪਾਰਾਮਿਤਾ ਇੱਕ ਪਰਫੈਕਸ਼ਨਸ ਹੁੰਦੀਆਂ ਜੀ, ਵੀ ਸਾਡੇ ਅੰਦਰ ਪਰਫੈਕਸ਼ਨਸ ਆ ਗਈਆਂ, ਅਸੀਂ ਆਪਣੇ ਆਪ ਨੂੰ ਇੰਨਾ ਸੁਧਾਰ ਲਿਆ ਕਿ ਅਸੀਂ ਹੁਣ ਕੀ ਆ, ਬੋਧੀ ਸਤਵ ਦੀ ਉਪਾਧੀ, ਬੋਧੀ ਸਤਵ ਵਾਲੀ ਸਟੇਜ ਪ੍ਰਾਪਤ ਕਰਨ ਵੱਲ ਤੁਰ ਪਏ ਹਾਂ। ਹੁਣ ਅਸੀਂ ਆਪਣੇ ਅੰਦਰ ਇੰਨੀਆਂ ਪਰਫੈਕਸ਼ਨਸ ਲੈ ਆਂਦੀਆਂ, ਹੂਜ਼ ਅਟੇਨਮੈਂਟ, ਕਿ ਇਸ ਦੇ ਆਉਣ ਨਾਲ ਕੀ ਹੁੰਦਾ, ਲੈਡ ਟੂ ਦਾ ਬੋਧੀ ਸਤਵ ਪਾਥ, ਕਿ ਸਾਡਾ ਪਾਥ ਬੋਧੀ ਸਤਵ ਸਮਝਦੇ ਜੀ, ਆਪਾਂ ਪੜ੍ਹਿਆ ਪਹਿਲਾਂ, ਬੋਧੀ ਸਤਵ ਉਹ ਬੰਦਾ ਜਿਹਦੇ ਅੰਦਰ ਬਹੁਤ ਚੰਗੇ ਗੁਣ ਹੁੰਦੇ ਆ, ਬਹੁਤ ਉੱਚੀ ਪਦਵੀ ਉਸਨੇ ਪ੍ਰਾਪਤ ਕਰ ਲਈ, ਪਰ ਫਿਰ ਵੀ ਉਸਨੇ ਨਿਰਵਾਣ ਪ੍ਰਾਪਤ ਨਹੀਂ ਕੀਤਾ, ਫਿਰ ਵੀ ਉਸਨੇ ਦੁਨੀਆ ਨਹੀਂ ਛੱਡੀ। ਕਿਉਂ? ਕਿਉਂਕਿ ਉਸਨੇ ਦੂਸਰਿਆਂ ਦਾ ਮਾਰਗਦਰਸ਼ਨ ਕਰਨਾ ਹੁੰਦਾ। ਇੱਕ ਉੱਚ ਪਦਵੀ ਨੂੰ ਬੋਧੀ ਸਤਵ ਕਹਿੰਦੇ ਆ ਜੀ। ਅਜਿਹੀ ਪਦਵੀ ਜਦੋਂ ਤੁਹਾਡੇ ਅੰਦਰ ਬਹੁਤ ਗੁਣ ਆ ਜਾਣ, ਤੇ ਜਦੋਂ ਗੁਣ ਆ ਜਾਣ, ਪਰਫੈਕਸ਼ਨ, ਉਹ ਸਾਰੇ ਗੁਣ ਪਰਫੈਕਸ਼ਨਸ ਨੂੰ ਕੀ ਕਹਿੰਦੇ ਆ, ਪਾਰਾਮਿਤਾ। ਪਰਫੈਕਸ਼ਨਸ ਹੂਜ਼ ਅਟੇਨਮੈਂਟ ਲੈਡ ਟੂ ਦਾ ਬੋਧੀ ਸਤਵ ਪਾਥ। ਠੀਕ ਹੈ ਜੀ, ਆਨਸਰ ਹੋ ਗਿਆ ਸੀ। ਵਿਦ ਰੈਫਰੈਂਸ ਟੂ ਦਾ ਸਕੋਲਰਸ ਔਰ ਲਿਟਰੇਚਰਸ ਆਫ ਏਂਸ਼ੀਅੰਟ ਇੰਡੀਆ, ਵਿਦਵਾਨਾਂ ਦੀ ਗੱਲ ਹੋ ਰਹੀ ਹੈ ਜੀ ਪ੍ਰਾਚੀਨ ਭਾਰਤ ਦੇ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਾਂ ਦੇਖੋ। ਪਾਨੀਨੀ ਇਜ਼ ਐਸੋਸੀਏਟਡ ਵਿਦ ਪੁਸ਼ਯਮਿਤਰ ਸੁੰਗ। ਪਾਨੀਨੀ ਨੇ ਅਸ਼ਟਾਧਿਆਇ ਲਿਖਿਆ ਸੀ, ਸੰਸਕ੍ਰਿਤ ਦੀ ਗ੍ਰਾਮਰ ਦੇ ਉੱਤੇ ਕਿਤਾਬ ਲਿਖੀ ਸੀ। ਕਹਿੰਦੇ ਇਹ ਪੁਸ਼ਯਮਿਤਰ ਸੁੰਗ ਦੇ ਟਾਈਮ ਹੋਇਆ, ਸਾਨੂੰ ਨਹੀਂ ਪਤਾ, ਪਰ ਤੁਹਾਨੂੰ ਮੈਂ ਦੱਸ ਦਿੰਦਾ ਕਿ ਪਾਨੀਨੀ ਈਸਾ ਤੋਂ 400-500 ਸਾਲ ਪਹਿਲਾਂ ਹੋਇਆ, ਤੇ ਪੁਸ਼ਯਮਿਤਰ ਸੰਘ ਈਸਾ ਤੋਂ 1-2 ਸਾਲ ਪਹਿਲਾਂ ਹੋਇਆ, 100-200 ਸਾਲ ਪਹਿਲਾਂ ਹੋਇਆ।
ਇਸ ਕਰਕੇ ਆਹ ਸਟੇਟਮੈਂਟ ਹੋ ਗਈ ਗਲਤ। ਪਰ ਸਾਨੂੰ ਨਹੀਂ ਪਤਾ, ਮੰਨ ਲਓ ਅੱਗੇ ਪੜ੍ਹਦੇ ਹਾਂ ਜੀ। ਕਈ ਵਾਰ ਬਾਕੀਆਂ ਦੋ ਸਟੇਟਮੈਂਟਾਂ ਨਾਲ ਵੀ ਆਨਸਰ ਨਿਕਲ ਜਾਂਦਾ। ਦੇਖਦੇ ਹਾਂ। ਅਮਰ ਸਿਨਹਾ ਇਜ਼ ਐਸੋਸੀਏਟਡ ਵਿਦ ਹਰਸ਼ਵਰਧਨ। ਨਹੀਂ, ਅਮਰ ਸਿਨਹਾ ਗੁਪਤ ਕਾਲ ਵਿੱਚ ਚੰਦਰਗੁਪਤ II ਦੇ ਰਾਜ ਵਿੱਚ ਕੀ ਸੀਗਾ? 9 ਰਤਨਾਂ ਵਿੱਚੋਂ ਇੱਕ ਰਤਨ ਸੀ। ਦੂਜਾ ਸਟੇਟਮੈਂਟ ਗਲਤ ਆ। ਦੇਖੋ ਜੀ, ਦੂਜੀ ਸਟੇਟਮੈਂਟ ਚੱਕਤੀ। ਹੁਣ ਭਾਵੇਂ ਸਾਨੂੰ ਪਹਿਲੀ ਸਟੇਟਮੈਂਟ ਬਾਰੇ ਨਹੀਂ ਪਤਾ, ਪਰ ਦੂਜੀ ਸਟੇਟਮੈਂਟ ਦੇ ਬੇਸ ਤੇ ਅਸੀਂ ਆਨਸਰ ਕੱਢ ਲਿਆ। ਆਨਸਰ ਹੈ ਜੀ ਸੀ, ਤੀਜਾ ਓਨਲੀ। ਕਾਲੀਦਾਸ ਇਜ਼ ਐਸੋਸੀਏਟਡ ਵਿਦ ਚੰਦਰਗੁਪਤ II। ਇਹ ਗੱਲ ਸਹੀ ਹੈ ਜੀ। ਚੰਦਰਗੁਪਤ II ਦੇ ਦਰਬਾਰ ਵਿੱਚ ਜਿਹੜੇ 9 ਰਤਨ ਸੀ, ਉਹਨਾਂ ਵਿੱਚੋਂ ਇੱਕ ਕਾਲੀਦਾਸ ਸੀ, ਉਹਨਾਂ ਵਿੱਚੋਂ ਹੀ ਇੱਕ ਅਮਰ ਸਿਨਹਾ ਸੀ। ਤੀਜੀ ਸਟੇਟਮੈਂਟ ਸਹੀ ਆ, ਪਹਿਲੀ ਗਲਤ ਆ ਤੇ ਦੂਸਰੀ ਗਲਤ ਆ। ਦੇਖੋ ਜੀ, ਕਥਨ 2 ਗਲਤ ਆ, ਕਿਉਂਕਿ ਅਮਰ ਸਿਨਹਾ ਚੰਦਰਗੁਪਤ II ਦੇ ਦਰਬਾਰ ਨਾਲ ਸੰਬੰਧਿਤ ਸੀ ਤੇ ਉਹ ਉਸਦੇ 9 ਰਤਨਾਂ ਵਿੱਚੋਂ ਇੱਕ ਸੀ। ਠੀਕ ਹੈ ਜੀ। ਕਾਲੀਦਾਸ ਚੰਦਰਗੁਪਤ II ਦੇ ਦਰਬਾਰ ਨਾਲ ਸੰਬੰਧਿਤ ਸੀ ਤਾਂ ਇਹ ਵੀ ਉਹਦੇ 9 ਰਤਨਾਂ ਵਿੱਚੋਂ ਇੱਕ ਸੀ। ਅੱਗੇ ਗੱਲ ਆਉਂਦੀ ਪਾਣੀਨੀ। 5ਵੀਂ 6ਵੀਂ ਸਦੀ ਈਸਾ ਪੂਰਵ ਕਾਲ ਨਾਲ ਸੰਬੰਧਿਤ ਸੀ। ਉਸਨੇ ਅਸ਼ਟਾਧਿਆਇ ਲਿਖਿਆ ਸੀ ਜੀ, ਸੰਸਕ੍ਰਿਤ ਦੀ ਗ੍ਰਾਮਰ ਦੇ ਰੂਲਸ ਲਿਖੇ ਸੀ। ਪੁਸ਼ਯਮਿੱਤਰ ਸਿੰਘ ਮੌਰਿਆ ਤੋਂ ਬਾਅਦ ਦੇ ਦੌਰ ਨਾਲ ਸੰਬੰਧਿਤ ਸੀ, ਜਿਹੜਾ ਸੀ 2ਵੀਂ ਸਦੀ ਈਸਾ ਪੂਰਵ। ਉਹ ਆਖਰੀ ਮੌਰਿਆ ਰਾਜਾ ਬ੍ਰਿਹਦਰਥ ਨੂੰ ਮਾਰਨ ਤੋਂ ਬਾਅਦ ਸੱਤਾ ਵਿੱਚ ਆਇਆ ਸੀ। ਠੀਕ ਹੈ ਜੀ। ਅੱਜ ਲਈ ਇੰਨਾ ਹੀ ਰੱਖਦੇ ਹਾਂ ਜੀ, ਬਾਕੀ ਨੈਕਸਟ ਕਲਾਸ ਕਰਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ।